ਸਮੁੱਚੇ ਪੰਜਾਬੀ ਭਾਈਚਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਨ 'ਚ ਖਿਆਲ ਆਇਆ ਵੀ ਪੰਜਾਬ 'ਚ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਹੈ ਉਹਦੇ ਬਾਰੇ ਪੰਜਾਬੀ ਭਾਈਚਾਰੇ ਦੇ ਨਾਲ ਰੂਬਰੂ ਹੋ ਕੇ ਸਾਨੂੰ ਵੀ ਦੋ ਚਾਰ ਗੱਲਾਂ ਕਰਨੀਆਂ ਚਾਹੀਦੀਆਂ ਨੇ। ਕਿਸਾਨ ਸੰਘਰਸ਼ ਹੈ ਜਿਹੜਾ ਬਹੁਤ ਸੋਹਣਾ ਮੋੜ ਲੈਣ ਜਾ ਰਿਹਾ ਹੈ। ਮੈਂ ਕੱਲ ਦੀਪ ਸਿੱਧੂ ਹੋਰਾਂ ਦੀ, ਜਿਨ੍ਹਾਂ ਨੇ ਸ਼ੰਭੂ ਮੋਰਚਾ ਵਿੱਢਿਆ ਹੋਇਆ, ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖ ਰਿਹਾ ਸੀਗਾ। ਉਸ 'ਚ ਉਹਨਾਂ ਨੇ ਕਈ ਐਲਾਨ ਕੀਤੇ, ਜਿੱਦਾਂ ਕਿ ਸਾਨੂੰ ਨਵੀਂ ਸਿਆਸਤ ਖੜੀ ਕਰਨ ਦੀ ਜ਼ਰੂਰਤ ਹੈ, ਸਾਨੂੰ ਖੁਦ ਮੁਖਤਿਆਰੀ ਦੀ ਗੱਲ ਕਰਨ ਦੀ ਜ਼ਰੂਰਤ ਹੈ। ਇਕੱਲੀ ਗੱਲ ਕਰਨ ਦੀ ਜ਼ਰੂਰਤ ਨਹੀਂ, ਸਾਨੂੰ ਖੁਦ ਮੁਖਤਿਆਰੀ ਚਾਹੀਦੀ ਹੈ ਪੰਜਾਬ ਵਾਸਤੇ। ਸਾਨੂੰ ਪੰਜਾਬ ਦੀ ਸਿਆਸਤ ਖੜੀ ਕਰਨ ਵਾਸਤੇ ਬਹੁਤ ਸੋਚ ਸਮਝ ਕੇ, ਚੰਗੇ ਦਿਮਾਗਾਂ ਨੂੰ ਨਾਲ ਲੈ ਕੇ ਕੰਮ ਕਰਨਾ ਪੈਣਾ। ਜਿਹੜਾ ਇਹ ਬਣਿਆ ਬਣਾਇਆ ਪਿਛਲੇ 70 ਸਾਲਾਂ ਤੋਂ ਪੁਰਾਣਾ ਪੋਲੀਟੀਕਲ ਢਾਂਚਾ ਚੱਲਿਆ ਆ ਰਿਹਾ, ਇਹ ਪਿਛਲੇ 70 ਸਾਲਾਂ ਤੋਂ ਹੀ ਸਾਨੂੰ ਦੇ ਕੁਛ ਨਹੀਂ ਰਿਹਾ। ਇਹ ਸਿਰਫ ਜਿਹੜੇ ਲੀਡਰ ਫਰੰਟ ਤੇ ਹੁੰਦੇ ਨੇ, ਜਿਹੜੇ ਪਾਵਰ 'ਚ ਹੁੰਦੇ ਨੇ, ਉਹਨਾਂ ਨੂੰ ਪੂਰੀ ਦੀ ਪੂਰੀ ਇੰਜੋਇਮੈਂਟ ਦਿੰਦਾ। ਉਹ ਇਹਦਾ ਪੂਰਾ ਮਤਲਬ ਕਿ ਮਜ਼ੇ ਲੁੱਟਦੇ ਨੇ। ਉਹ 5 ਸਾਲ ਵਾਸਤੇ ਉਹ ਸੱਤਾ 'ਚ ਆ ਕੇ ਪਬਲਿਕ ਦਾ ਕੋਈ ਕੰਮ ਨਹੀਂ ਕਰਦੇ, ਕੋਈ ਉਹਨਾਂ ਨੂੰ ਪਬਲਿਕ ਤੋਂ ਲੈਣਾ ਦੇਣਾ ਨਹੀਂ। MLA ਚੁਣਿਆ ਜਾਂਦਾ, ਉਸ ਨੂੰ ਭੋਗਾਂ ਤੋਂ, ਲੋਕਾਂ ਦੇ ਪਲਾਟ ਦੱਬਣ ਤੋਂ, ਲੋਕਾਂ ਦੀਆਂ ਜ਼ਮੀਨਾਂ ਦੱਬਣ ਤੋਂ, ਲੋਕਾਂ ਦੇ ਬਿਜ਼ਨਸ 'ਚ ਘੁਸਪੈਠ ਕਰਕੇ ਉਹਨਾਂ 'ਚ ਆਪਣੇ ਹਿੱਸੇ ਰੱਖਣ ਤੋਂ, ਹਰ ਇੱਕ ਪਾਸੇ ਤੋਂ ਪੈਸੇ ਲੁੱਟ ਮਾਰਨ ਤੋਂ ਕੋਈ ਕੰਮ ਨਹੀਂ ਹੈਗਾ। ਕੀ ਅਸੀਂ MLA ਇਹਨਾਂ ਗੱਲਾਂ ਵਾਸਤੇ ਚੁਣਦੇ ਹਾਂ? ਨਹੀਂ, ਹਰਗਿਜ਼ ਨਹੀਂ ਚੁਣਦੇ। ਫਿਰ ਸਾਨੂੰ ਕੀ ਕਰਨਾ ਪੈਣਾ? ਸਾਨੂੰ ਆਪਣੇ ਤਰੀਕੇ ਦੀ ਸਿਆਸਤ ਖੜੀ ਕਰਨੀ ਪੈਣੀ ਹੈ। ਜਿੱਦਾਂ ਦੀਪ ਢਿੱਲੋਂ ਨੇ ਕਹਿ ਰਹੇ ਨੇ, ਉਹ ਬਿਲਕੁਲ ਗਲਤ ਨਹੀਂ ਕਹਿ ਰਹੇ, ਬਿਲਕੁਲ ਸਹੀ ਕਹਿ ਰਹੇ ਨੇ। ਹਾਂ, ਕੁਝ ਲੋਕਾਂ ਨੇ ਇਤਰਾਜ਼ ਕੀਤਾ ਕਿ ਬਈ ਕਿਸਾਨ ਸੰਘਰਸ਼ ਦੀ ਹੀ ਗੱਲ, 3 ਬਿੱਲਾਂ ਨੂੰ ਵਾਪਸ ਦਿਵਾਉਣ ਦੀ ਹੀ ਗੱਲ ਕੀਤੀ ਜਾਵੇ। ਪਰ ਨਹੀਂ, 3 ਬਿੱਲਾਂ ਨੂੰ ਵਾਪਸ ਕਰਾ ਕੇ ਜਾਂ ਕੁਝ ਰੈਤਾਂ ਲੈ ਕੇ ਸਾਡੇ ਮਸਲੇ ਹੱਲ ਨਹੀਂ ਹੁੰਦੇ। ਅਸੀਂ ਬਿਲਕ ਰਹੇ ਹਾਂ ਪਿਛਲੇ 70 ਸਾਲਾਂ ਤੋਂ, ਜਦੋਂ ਤੋਂ ਦੇਸ਼ ਆਜ਼ਾਦ ਹੋਇਆ। ਵਕਤ ਆ ਗਿਆ, ਸਾਨੂੰ ਆਪਣੀ ਸਿਆਸਤ ਖੜੀ ਕਰਨੀ ਪੈਣੀ ਹੈ। ਆਪਣੇ ਤਰੀਕੇ ਨਾਲ ਪੰਜਾਬ ਦੀ ਪੋਲੀਟੀਕਲ ਮਤਲਬ ਕਿ ਰਾਜਨੀਤਿਕ ਢਾਂਚੇ ਦੀ ਰੂਪਰੇਖਾ ਡਿਜ਼ਾਈਨ ਕਰਨੀ ਪੈਣੀ ਹੈ। ਆਪਣੇ ਤਰੀਕੇ ਨਾਲ ਉਸ ਨੂੰ ਸੰਚਾਲਿਤ ਕਰਨ ਦੀ ਜ਼ਰੂਰਤ ਹੈ। ਤੇ ਇਹਨਾਂ ਚੀਜ਼ਾਂ ਵਾਸਤੇ ਸਾਨੂੰ ਬਹੁਤ ਹੀ ਸੰਘਰਸ਼ ਤੇ ਬਹੁਤ ਹੀ ਮਿਹਨਤ ਕਰਨ ਦੀ ਜ਼ਰੂਰਤ ਹੈ। ਤੇ ਜਿਸ ਦਾ ਹੁਣ ਸਮਾਂ ਆ ਗਿਆ ਹੈ, ਉਹ ਸਾਨੂੰ ਦਿਖ ਰਿਹਾ ਹੈ ਇਸ ਕਿਸਾਨ ਸੰਘਰਸ਼ 'ਚ। ਪ੍ਰਵਾਸੀ ਪੰਜਾਬੀ ਕਿਤੇ ਵੀ ਬੈਠਾ, ਉਹ ਟਿਕੀ ਲਗਾਈ ਦੇਖ ਰਿਹਾ ਹੈ ਕਿ ਇਹ ਸੰਘਰਸ਼ ਕਿਸ ਤਰਫ ਨੂੰ ਮੋੜ ਕੱਢਦਾ, ਇਹ ਕਿਹੜੇ ਪਾਸੇ ਨੂੰ ਚੱਲਦਾ। ਤੇ ਉਮੀਦ ਇਹੀ ਕੀਤੀ ਜਾਂਦੀ ਹੈ ਕਿ ਇਸ ਚੋਂ ਨਵੀਂ ਲੀਡਰਸ਼ਿਪ ਉੱਭਰ ਕੇ ਸਾਹਮਣੇ ਆਵੇਗੀ। ਲੱਖਾ ਸਿਧਾਣਾ, ਦੀਪ ਸਿੱਧੂ, ਜਸ ਬਾਜਵਾ, ਕੰਵਰ ਗਰੇਵਾਲ, ਅੱਜ ਸ਼ੰਭੂ ਮੋਰਚੇ 'ਤੇ ਇੱਕ ਕਾਂਗਰਸ ਦਾ ਵੀ ਨੁਮਾਇੰਦਾ ਬੋਲ ਕੇ ਗਿਆ, ਮਨਦੀਪ ਮੰਨਾ। ਤੇ ਮਤਲਬ ਕਿ ਜਿਹੜਾ ਇਹ ਨਵੀਂ ਲੀਡਰਸ਼ਿਪ ਹੈ, ਤੇ ਜਿਹੜੇ ਦਿਮਾਗੀ ਲੋਕ ਨੇ, ਪੜ੍ਹੇ ਲਿਖੇ ਲੋਕ ਨੇ, ਪੰਜਾਬ ਨੂੰ ਇਹਨਾਂ ਦੀ ਜ਼ਰੂਰਤ ਹੈ। ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ 'ਚ ਸ਼ਮੂਲੀਅਤ ਕਰਨ ਦੀ, ਇਸ 'ਚ ਯੋਗਦਾਨ ਪਾਉਣ ਦੀ ਬਹੁਤ ਸਖਤ ਜ਼ਰੂਰਤ ਹੈ। ਇਸ ਨੂੰ ਬਹੁਤ ਹੀ ਬਰੀਕੀ ਨਾਲ, ਸਾਨੂੰ ਬੜੀ ਹੀ ਮਤਲਬ ਸੀਰੀਅਸਲੀ ਇਸ ਨੂੰ ਸਾਨੂੰ ਲੈਣਾ ਪੈਣਾ ਹੈ। ਇਹ ਕੋਈ ਮਜ਼ਾਕ ਨਹੀਂ ਹੋ ਰਿਹਾ, ਠੀਕ ਹੈ ਨਾ। ਕਈ ਲੋਕ ਆਪਣਾ ਕੈਰੀਅਰ, ਆਪਣਾ ਸਾਰਾ ਕੁਝ ਦਾਅ 'ਤੇ ਲਾ ਕੇ ਕੁੱਦ ਗਏ ਨੇ ਇਸ ਲੜਾਈ 'ਚ, ਤੇ ਸਾਨੂੰ ਉਹਨਾਂ ਦੀ ਰਿਸਪੈਕਟ ਕਰਨੀ ਬਣਦੀ ਹੈ ਹਰੇਕ ਪੰਜਾਬੀ ਨੂੰ। ਤੇ ਸਾਨੂੰ ਹਰ ਇੱਕ ਪੰਜਾਬੀ ਨੂੰ ਕਿਤੇ ਵੀ ਬੈਠਾ ਹੈ,
ਇਸ ਸੰਘਰਸ਼ 'ਚ ਹੰਗਾਰਾ ਭਰਨਾ ਜ਼ਰੂਰੀ ਬਣਦਾ ਹੈ। ਅਸੀਂ ਕਿਤੇ ਵੀ ਬੈਠੇ ਹੋਈਏ, ਸਾਡੀਆਂ ਤੰਦਾਂ, ਸਾਡੀ ਸੋਚ ਪੰਜਾਬ ਨਾਲ ਜੁੜੀ ਰਹਿੰਦੀ ਹੈ, ਕਿਉਂਕਿ ਇਹ ਸਾਡੇ ਸਬਕੌਂਸ਼ੀਅਸ ਮਾਈਂਡ 'ਚ ਵਸਿਆ ਹੋਇਆ। ਅਸੀਂ ਉਸ ਨੂੰ ਡਿਲੀਟ ਨਹੀਂ ਕਰ ਸਕਦੇ। ਔਰ ਜਦ ਤੱਕ ਸਾਡੇ ਸਾਹਾਂ ਤੇ ਸਾਹ ਚੱਲ ਰਹੇ ਨੇ, ਪੰਜਾਬ ਤੋਂ ਅਸੀਂ ਨਿਖੜ ਨਹੀਂ ਸਕਦੇ, ਅਸੀਂ ਕਿਤੇ ਮਰਜ਼ੀ ਬੈਠੇ ਹੋਈਏ। ਇੱਕ ਵੀਡੀਓ ਮੈਂ ਦੇਖੀ, ਨਿਊਯਾਰਕ ਦੀ ਇੱਕ ਪੰਜਾਬੀ ਭਾਈਚਾਰੇ ਦੀ ਵੀਡੀਓ ਹੈ, ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਬੋਲਿਆ ਵੀ ਜਿੱਥੋਂ ਸੂਰਜ ਚੜ੍ਹਦਾ ਹੈ ਤੇ ਜਿੱਥੇ ਜਾ ਕੇ ਡੁੱਬਦਾ, ਆਸਟ੍ਰੇਲੀਆ ਵੱਲੋਂ ਤੋਂ ਸ਼ੁਰੂ ਹੋ ਕੇ ਕੈਨੇਡਾ ਦੇ ਪੱਛਮੀ ਛੋਰ ਤੱਕ ਜਿੱਥੇ ਵੀ ਕਿਤੇ ਪੰਜਾਬੀ ਬੈਠਾ, ਅਸੀਂ ਸਾਰੇ ਇਸ ਸੰਘਰਸ਼ ਦੇ ਨਾਲ ਅਸੀਂ ਵੱਧ ਤੋਂ ਵੱਧ ਯੋਗਦਾਨ ਪਾਵਾਂਗੇ ਤੇ ਅਸੀਂ ਕਿਸਾਨ ਨਾਲ, ਪੰਜਾਬੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਜਿਹੜੀਆਂ ਇਹ ਰਿਆਤੀ ਪਾਰਟੀਆਂ, ਜਿਹੜਾ ਇਹ ਮਤਲਬ ਚਮਚਾਗਿਰੀ ਸਿਸਟਮ ਹੈ, ਜਿਹੜਾ ਇਹ ਗੁੰਡਾਗਰਦੀ ਦੇ ਤਰੀਕੇ ਨਾਲ ਰਾਜਨੀਤਿਕ ਸਿਸਟਮ ਨੂੰ ਚਲਾ ਰਹੇ ਨੇ, ਇਹਨਾਂ ਨੂੰ ਭਜਾਣਾ ਪੈਣਾ। ਉਸ ਤੋਂ ਬਗੈਰ ਕੋਈ ਹੱਲ ਨਹੀਂ ਹੈ। ਚਮਚਾਗਿਰੀ ਸਿਸਟਮ ਸਾਨੂੰ ਆਪਣੇ ਪੰਜਾਬ ਦੇ ਕਲਚਰ ਤੋਂ ਖਤਮ ਕਰਨਾ ਪੈਣਾ। ਨਵੇਂ ਤਰੀਕੇ ਦੀ ਸਿਆਸਤ ਖੜੀ ਕਰਕੇ, ਨਵੇਂ ਤਰੀਕੇ ਦੀ ਸਮਾਜਿਕ ਧਿਰ ਖੜੀ ਕਰਕੇ ਸਾਨੂੰ ਪੰਜਾਬ ਨੂੰ ਰੀਫਾਰਮ ਕਰਨਾ ਪੈਣਾ ਤੇ ਉਸ ਵਾਸਤੇ ਸਾਨੂੰ ਜਿੰਨੀ ਮਰਜ਼ੀ ਮਿਹਨਤ ਕਰਨੀ ਪਵੇ, ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਔਰ ਪੂਰੇ ਉਤਸ਼ਾਹ ਨਾਲ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ। ਔਰ ਪੜ੍ਹੇ ਲਿਖੇ ਪੰਜਾਬੀਆਂ ਨੂੰ, ਪੜ੍ਹੇ ਲਿਖੇ ਨੌਜਵਾਨਾਂ ਨੂੰ, ਬੀਬੀਆਂ ਭੈਣਾਂ ਵੀ ਪੜ੍ਹੀਆਂ ਲਿਖੀਆਂ ਵਿੱਚ ਆਉਣਗੀਆਂ, ਆਉਣਾ ਚਾਹੀਦਾ ਉਹਨਾਂ ਨੂੰ। ਮਤਲਬ ਪੜ੍ਹੀ ਲਿਖੀ ਜਮਾਤ ਨੂੰ ਅੱਗੇ ਆ ਕੇ ਲੀਡਰਸ਼ਿਪ ਆਪਣੇ ਹੱਥਾਂ 'ਚ ਲੈਣ ਦੀ ਜ਼ਰੂਰਤ ਹੈ। ਤੇ ਜਿਹੜੀ ਸਭ ਤੋਂ ਐਂਡ 'ਚ ਮੈਂ ਗੱਲ ਕਹਿਣੀ ਚਾਹੁੰਦਾ ਉਹ ਇਹ ਹੈ ਵੀ ਇਹ ਸੰਘਰਸ਼ ਤੇ ਇਹ ਜਿਹੜੀ ਲੜਾਈ ਹੈ, ਅਸੀਂ ਸ਼ਾਂਤਮਈ ਤਰੀਕੇ ਨਾਲ, ਆਪਣੀ ਸਮਝ ਨਾਲ, ਆਪਣਾ ਦਿਮਾਗ ਵਰਤ ਕੇ ਜਿੱਤਣੀ ਹੈ। ਹਥਿਆਰ ਚੁੱਕ ਕੇ ਨਹੀਂ ਜਿੱਤਣੀ। ਅਸੀਂ ਹਥਿਆਰ ਜਦੋਂ ਬੰਦਾ ਚੱਕ ਲੂਗਾ ਤਾਂ ਸਰਕਾਰਾਂ ਕੋਲ ਬਹੁਤ ਰਸਤੇ ਖੁੱਲ ਜਾਂਦੇ ਨੇ ਸੰਘਰਸ਼ ਨੂੰ ਜਾਂ ਕਿਸੇ ਮੂਵਮੈਂਟ ਨੂੰ ਖਤਮ ਕਰਨ ਦੇ। ਉਹ ਆਪਣੇ ਲੋਕ ਵਿੱਚ ਵਾੜ ਦਿੰਦੇ ਨੇ, ਬਹੁਤ ਉਹਨਾਂ ਕੋਲ ਤਰੀਕੇ ਆ ਜਾਂਦੇ ਨੇ। ਪਰ ਜਦੋਂ ਸ਼ਾਂਤਮਈ ਤਰੀਕੇ ਨਾਲ ਅਸੀਂ ਆਪਣਾ ਦਿਮਾਗ ਵਰਤ ਕੇ ਇਸ ਲੜਾਈ ਨੂੰ ਲੜਾਂਗੇ ਤਾਂ ਸਰਕਾਰਾਂ ਕੋਲ ਸਾਨੂੰ ਫੇਲ ਕਰਨ ਦੇ ਚਾਂਸ ਬਹੁਤ ਘੱਟ ਰਹਿ ਜਾਣਗੇ। ਔਰ ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿ ਸਰਕਾਰ ਕੋਲ ਇੱਡਾ ਵੱਡਾ ਢਾਂਚਾ ਹੈ, ਐਡੀ ਵੱਡੀ ਮਤਲਬ ਕਿ ਇੰਫਰਾਸਟਰਕਚਰ ਹੈ, ਐਡੀ ਵੱਡੀ ਲਾਮਡੋਰੀ ਉਹਨਾਂ ਕੋਲ, ਅਮਲਾ ਫੈਲਾ ਹੈ, ਤਰ੍ਹਾਂ ਤਰ੍ਹਾਂ ਦੇ ਅਫਸਰ, ਤੇ ਅਸੀਂ ਉਹਨਾਂ ਦਾ ਮੁਕਾਬਲਾ ਕਿੱਦਾਂ ਕਰਾਂਗੇ। ਨਹੀਂ, ਸਾਡੇ ਕੋਲ ਵੀ ਉੱਦਾਂ ਦੇ ਦਿਮਾਗ ਹੈ ਨਹੀਂ। ਤੇ ਉਹ ਲੋਕ ਪੰਜਾਬ ਨੂੰ ਇੱਕ ਨਵਾਂ ਰੂਪ, ਇੱਕ ਨਵੀਂ ਸਿਆਸਤ ਦੇਣ ਨੂੰ, ਆਪਣਾ ਯੋਗਦਾਨ ਦੇਣ ਨੂੰ ਔਰ ਫ੍ਰੀ ਆਫ ਕਾਸਟ ਦੇਣ ਨੂੰ ਤਿਆਰ ਬੈਠੇ ਨੇ। ਸਿਰਫ ਸਾਨੂੰ ਇੱਕ ਅੱਛੀ ਲੀਡਰਸ਼ਿਪ ਦੀ ਜ਼ਰੂਰਤ ਹੈ ਔਰ ਉਹ ਆਪਣੇ ਆਪ ਖੜੀ ਹੁੰਦੀ ਜਾ ਰਹੀ ਹੈ। ਮਿਸਾਲ ਦੇ ਤੌਰ ਤੇ ਤੁਸੀਂ ਦੇਖ ਸਕਦੇ ਹੋ, ਹੁਣ ਮੈਂ ਦੀਪ ਸਿੱਧੂ ਨੂੰ ਸੁਣਿਆ, ਪੜ੍ਹਿਆ ਲਿਖਿਆ ਹੈ, ਲਾ ਉਹਨੇ ਕੀਤੀ ਹੋਈ ਹੈ, ਪੋਲੀਟੀਕਲ ਸਾਇੰਸ ਤੇ ਉਹਦਾ ਪੂਰਾ ਮਤਲਬ ਕਿ ਪੋਲਿਟਿਕਸ ਤੇ ਪੂਰਾ ਉਹਦਾ ਮਤਲਬ ਸਕੰਜਾ ਹੈ। ਉਸ ਨੂੰ ਪਤਾ ਹੈ ਕਿ ਪੋਲੀਟੀਕਲ ਢਾਂਚਾ ਕੀ ਹੁੰਦਾ ਹੈ ਤੇ ਉਹਨੂੰ ਕਿੱਦਾਂ ਮਤਲਬ ਕਿ ਖੜਾ ਕੀਤਾ ਜਾ ਸਕਦਾ ਜਾਂ ਉਹਨੂੰ ਕਿੱਦਾਂ ਰਨ ਕੀਤਾ ਜਾ ਸਕਦਾ। ਇਹ ਚੀਜ਼ਾਂ, ਇਹ ਜਿਹੇ ਬਹੁਤ ਨੌਜਵਾਨ ਲੀਡਰ ਸਾਡੇ ਚੋਂ ਸਾਹਮਣੇ ਆ ਸਕਦੇ ਨੇ। ਅਸੀਂ ਹੁਣ ਇਸ ਵਾਰ ਕਿਸੇ ਵੀ ਕੀਮਤ ਤੇ ਹਾਰ ਨਹੀਂ ਮੰਨਣੀ, ਜਿੱਤ ਸਾਡੀ ਹੀ ਹੋਣੀ ਹੈ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।